ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੂਸੈਂਟ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਲੂਸੈਂਟ ਸਟੈਟਿਕ ਜੀਕੇ ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ MCQ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਤਾਂ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਲੂਸੈਂਟ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਨੇ ਨੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਕੁਆਇਨ ਇਸ਼ੂਡ ਬਾਏ ਇਲਤੁਤਮਿਸ਼ ਵਾਸ। ਠੀਕ ਹੈ ਜੀ। ਤਾਂ ਇਲਤੁਤਮਿਸ਼ ਬਾਰੇ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਹੈ। ਠੀਕ ਹੈ ਜੀ। ਆਪਣੇ SST ਮਾਸਟਰ ਕੇਡਰ ਦੇ ਜੋ ਸੈਸ਼ਨ ਅਪਲੋਡ ਹੋ ਰਹੇ ਨੇ, ਉਹਦੇ ਵਿੱਚ ਵੀ ਆਪਾਂ ਇਲਤੁਤਮਿਸ਼ ਬਾਰੇ ਇੱਕ ਫੈਕਟ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਤਾਂ ਅੱਜ ਵੀ ਆਪਾਂ ਇਲਤੁਤਮਿਸ਼ ਬਾਰੇ ਪੜ੍ਹਨ ਜਾ ਰਹੇ ਹਾਂ। ਠੀਕ ਹੈ ਜੀ। ਤਾਂ ਇਲਤੁਤਮਿਸ਼ ਦੁਆਰਾ ਜਿਹੜੇ ਕੁਆਇਨ ਇਸ਼ੂ ਕੀਤੇ ਗਏ ਸੀ, ਉਹਨਾਂ ਦੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਤਾਂ ਇਹ ਕੁਐਸਚਨ ਦੇ ਵਿੱਚ ਆਪਾਂ ਨੂੰ ਇਹੀ ਪੁੱਛਿਆ ਗਿਆ ਕਿ ਇਲਤੁਤਮਿਸ਼ ਦੁਆਰਾ ਜਿਹੜੇ ਕੁਆਇਨ ਇਸ਼ੂ ਕੀਤੇ ਗਏ ਸੀ, ਉਹਨਾਂ ਦੇ ਨਾਮ ਦੱਸੋ। ਤਾਂ ਆਪਸ਼ਨ ਨੰਬਰ 1 ਹੈ ਆਪਣੇ ਕੋਲ ਟੰਕਾ, ਦੂਸਰਾ ਆਪਸ਼ਨ ਆਪਣੇ ਕੋਲ ਜੀਤਲ, ਤੀਸਰਾ ਆਪਸ਼ਨ ਆਪਣੇ ਕੋਲ ਬੋਥ 1 ਐਂਡ 2, ਜਾਂ ਫੋਰਥ ਆਪਸ਼ਨ ਆਪਣੇ ਕੋਲ ਦਾਮ। ਤਾਂ ਇਹ ਜਿਹੜਾ ਦਾਮ ਹੈ, ਇਹਦੇ ਬਾਰੇ ਮੈਂ ਤੁਹਾਨੂੰ ਜਿਹੜਾ ਆਪਣਾ SST ਮਾਸਟਰ ਕੇਡਰ ਦਾ ਪ੍ਰੀਵੀਅਸ ਸੈਸ਼ਨ ਜਿਹੜਾ ਅਪਲੋਡ ਹੋਇਆ, ਉਹਦੇ ਵਿੱਚ ਮੈਂ ਤੁਹਾਨੂੰ ਇਹਦੇ ਬਾਰੇ ਦੱਸਿਆ ਕਿ ਜਿਹੜਾ ਦਾਮ ਹੈ ਇਹ ਕਿਹਦੇ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀ। ਇਹ ਇੰਟਰੋਡਿਊਸ ਕੀਤਾ ਗਿਆ ਸੀ ਸ਼ੇਰ ਸ਼ਾਹ ਸੂਰੀ ਦੇ ਦੁਆਰਾ। ਸ਼ੇਰ ਸ਼ਾਹ ਸੂਰੀ ਦੁਆਰਾ 2 ਕੁਆਇਨ ਲਾਂਚ ਕੀਤੇ ਗਏ ਸੀ, ਇੱਕ ਤਾਂ ਦਾਮ, ਇੱਕ ਕੀਤਾ ਗਿਆ ਸੀ ਰੁਪਇਆ। ਠੀਕ ਹੈ ਜੀ। ਰੁਪਇਆ ਸੀਗਾ ਜਿਹੜਾ ਉਹ ਗੋਲਡ ਕੁਆਇਨ ਸੀ। ਠੀਕ ਹੈ ਜੀ। ਤਾਂ ਗੋਲਡ ਕੁਆਇਨ ਵੀ ਇਹਦੇ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀ, ਇਹ ਤੁਸੀਂ ਯਾਦ ਰੱਖਣਾ। ਤਾਂ ਜਿਹੜਾ ਇਹਦਾ ਆਨਸਰ ਆਉਣਾ ਉਹ ਆਉਣਾ ਇਹ ਬੋਥ। ਠੀਕ ਹੈ ਜੀ। ਟੰਕਾ ਅਤੇ ਜੀਤਲ। ਤਾਂ 3rd ਨੰਬਰ ਆਪਸ਼ਨ ਜਿਹੜਾ ਤੁਹਾਡਾ ਬਿਲਕੁਲ ਸਹੀ ਹੈ। ਠੀਕ ਹੈ ਜੀ। ਤਾਂ ਜਿਹੜਾ ਟੰਕਾ ਅਤੇ ਜੀਤਲ ਇਹ ਦੋਨੋਂ ਕੁਆਇਨ ਇਲਤੁਤਮਿਸ਼ ਦੁਆਰਾ ਲਾਂਚ ਕੀਤੇ ਗਏ ਸੀ। ਟੰਕਾ ਸੀਗਾ ਇਹਨਾਂ ਦੇ ਵਿੱਚੋਂ ਸਿਲਵਰ ਕੁਆਇਨ, ਇਹ ਵੀ ਤੁਸੀਂ ਯਾਦ ਰੱਖਣਾ, ਕਈ ਵਾਰੀ ਪੁੱਛ ਲੈਂਦੇ ਨੇ। ਅਤੇ ਜਿਹੜਾ ਜੀਤਲ ਹੈ ਇਹ ਸੀਗਾ ਇਹਨਾਂ ਦੇ ਵਿੱਚੋਂ ਕਾਪਰ ਕੁਆਇਨ। ਟੰਕਾ ਅਤੇ ਜੀਤਲ ਇਲਤੁਤਮਿਸ਼ ਦੁਆਰਾ ਲਾਂਚ ਕੀਤੇ ਗਏ ਸੀ। ਤਾਂ ਇਹਨਾਂ ਦੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਟੰਕਾ ਅਤੇ ਜੀਤਲ। ਠੀਕ ਹੈ ਜੀ। ਇਕਤਾ ਸਿਸਟਮ ਵੀ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਇਕਤਾ ਸਿਸਟਮ ਕਿਹਨੇ ਲਾਂਚ ਕੀਤਾ ਸੀ। ਤਾਂ ਇਕਤੇਦਾਰ ਮਤਲਬ ਟੈਕਸ ਦੇ ਨਾਲ ਰਿਲੇਟਡ ਜਿਹੜਾ ਇਹ ਸਿਸਟਮ ਸੀਗਾ। ਠੀਕ ਹੈ ਜੀ। ਤਾਂ ਇਹ ਵੀ ਇਲਤੁਤਮਿਸ਼ ਨੇ ਲਾਂਚ ਕੀਤਾ ਸੀ। ਇੱਕ ਤੁਹਾਨੂੰ ਪੁੱਛਿਆ ਜਾਂਦਾ ਚਾਲੀਸਾ ਜਾਂ ਚਹਿਲਗਾਨੀ। ਠੀਕ ਹੈ ਜੀ। ਤਾਂ ਚਾਲੀਸਾ ਮਤਲਬ ਇੱਕ ਮੁਸਲਿਮ ਕਮਿਊਨਿਟੀ ਦਾ ਇੱਕ ਗਰੁੱਪ ਬਣਾਇਆ ਗਿਆ ਸੀ। ਤਾਂ ਚਾਲੀਸਾ ਜਿਹੜਾ ਲਾਂਚ ਕੀਤਾ ਗਿਆ ਸੀ ਉਹ ਵੀ ਇਲਤੁਤਮਿਸ਼ ਦੁਆਰਾ ਲਾਂਚ ਕੀਤਾ ਗਿਆ ਸੀ। ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਬਾਕੀ ਆਪਾਂ ਅਗਲੇ ਕੁਐਸਚਨਸ ਦੇ ਵਿੱਚ ਜਿਹੜੇ ਤੁਹਾਡੇ ਰਹਿੰਦੇ ਫੈਕਟ ਨੇ ਉਹ ਡਿਸਕਸ ਕਰਾਂਗੇ। ਠੀਕ ਹੈ ਜੀ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 3। ਦੂਸਰਾ ਆਪਣਾ ਜਿਹੜਾ ਕੁਐਸਚਨ ਹੈ, ਹੂ ਕੰਸਟਰਕਟ ਦਾ ਕੁਤਬ ਮੀਨਾਰ। ਕੁਤਬ ਮੀਨਾਰ ਦੀ ਜਿਹੜੀ ਉਸਾਰੀ ਆ ਉਹ ਕਿਸ ਨੇ ਕਰਵਾਈ। ਠੀਕ ਹੈ ਜੀ। ਤਾਂ ਇਹ ਕੁਐਸਚਨ ਕਈ ਤਰੀਕਿਆਂ ਨਾਲ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਤਾਂ ਇਹ ਜਿਹੜਾ ਕੁਐਸਚਨ ਹੈ ਇਹਦਾ ਆਨਸਰ ਆਊਗਾ ਆਨਸਰ ਨੰਬਰ 1 ਕੁਤਬਦੀਨ ਐਬਕ। ਇਹ ਆਪਾਂ ਨੂੰ ਕੰਸਟਰਕਟ ਪੁੱਛਿਆ। ਠੀਕ ਹੈ ਜੀ। ਤਾਂ ਕੰਸਟਰਕਸ਼ਨ ਜਿਹੜੀ ਇਹਦੀ ਸਟਾਰਟ ਕਰਵਾਈ ਸੀ ਉਹ ਕਰਵਾਈ ਸੀ ਕੁਤਬਦੀਨ ਐਬਕ ਨੇ। ਕਿਹਦੀ ਯਾਦ ਦੇ ਵਿੱਚ? ਇੱਕ ਮਤਲਬ ਸੂਫੀ ਸੰਤ ਫਕੀਰ ਸੀ ਜਿਨ੍ਹਾਂ ਦਾ ਨਾਮ ਸੀ ਕੁਤਬੁੱਦੀਨ ਬਖਤਿਆਰ ਕਾਕੀ। ਠੀਕ ਹੈ। ਜਿਨ੍ਹਾਂ ਦਾ ਤੁਸੀਂ ਨਾਮ ਯਾਦ ਰੱਖਣਾ, ਇਹ ਬਹੁਤ ਵਾਰ ਪੁੱਛਿਆ ਜਾਂਦਾ ਅਤੇ ਇੱਥੇ ਸਟੂਡੈਂਟ ਆ ਜਿਹੜੇ ਉਹ ਕਨਫਿਊਜ਼ ਹੋ ਜਾਂਦੇ ਨੇ। ਕਿਉਂਕਿ ਉਹ ਜਿਹੜਾ ਟਿੱਕ ਲਗਾ ਕੇ ਆਉਂਦੇ ਨੇ ਉਹ ਕੁਤਬਦੀਨ ਐਬਕ 'ਤੇ ਟਿੱਕ ਲਗਾ ਆਉਂਦੇ ਨੇ, ਉਹ ਗਲਤ ਹੋ ਜਾਂਦਾ ਉਹਨਾਂ ਦਾ। ਠੀਕ ਹੈ ਜੀ। ਜੇ ਤੁਹਾਨੂੰ ਇਹ ਪੁੱਛਿਆ ਕਿ ਕਿਹਦੀ ਯਾਦ ਦੇ ਵਿੱਚ ਬਣਵਾਇਆ ਗਿਆ, ਤਾਂ ਕੁਤਬਦੀਨ ਬਖਤਿਆਰ ਕਾਕੀ ਇਹ ਇੱਕ ਸੂਫੀ ਸੰਤ ਫਕੀਰ ਸੀ ਜਿਹੜੇ ਕੁਤਬਦੀਨ ਐਬਕ ਦੇ ਨਾਮ ਜਿਹੜੇ ਜਦੋਂ ਇਹ ਆਪਣੇ ਇੰਡੀਆ ਦੇ ਵਿੱਚ ਆਇਆ ਤਾਂ ਇਹਦੇ ਨਾਲ ਆਏ ਸੀ। ਠੀਕ ਹੈ ਜੀ। ਕੁਤਬਦੀਨ ਬਖਤਿਆਰ ਕਾਕੀ। ਤਾਂ ਇਹ ਦਿੱਲੀ ਦੇ ਵਿੱਚ ਠਹਿਰ ਗਏ ਸੀ। ਇੱਕ ਇਹਨਾਂ ਦੇ ਨਾਲ ਆਏ ਸੀਗੇ ਮੋਇਨੂਦੀਨ ਚਿਸ਼ਤੀ, ਜਿਹੜੇ ਕਿ ਅਜਮੇਰ ਦੇ ਵਿੱਚ ਠਹਿਰੇ ਸੀ, ਜਿਨ੍ਹਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀ 28 ਦਿਨ ਕਾ ਝੋਪੜਾ। ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤਾਂ ਕੰਸਟਰਕਟ ਕਿਹਨੇ ਕਰਵਾਇਆ ਸੀ? ਕੁਤਬਦੀਨ ਐਬਕ ਨੇ। ਅਤੇ ਜੇ ਤੁਹਾਨੂੰ ਇਹ ਆਇਆ ਕਿ ਕੁਤਬ ਮੀਨਾਰ ਨੂੰ ਪੂਰਾ ਕਿਹਨੇ ਕਰਵਾਇਆ ਸੀ, ਤਾਂ ਉਹ ਕਰਵਾਇਆ ਸੀ ਇਲਤੁਤਮਿਸ਼ ਨੇ। ਇਹ ਵੀ ਬਹੁਤ ਇੰਪੋਰਟੈਂਟ ਹੈ।
तो एक तुहानूं पुछया जाऊगा कि कुतुब मीनार की 5th मंजिल तो वो बनवाई सी फिरोज शाह तुगलक ने। ठीक है जी, तो बलबन बारे आप अगे पढ़ांगे। ठीक है जी, अगले आने वाले क्वेश्चन के विच। तो इहदा आंसर आना है आंसर नंबर 1 कुतुबुद्दीन ऐबक। अगला अपना जिहड़ा क्वेश्चन है, हू इंट्रोड्यूस सिजदा एंड पाइबोस। तो सिजदा ते पाइबोस किसने इंट्रोड्यूस की थी? इहदा की मतलब सी कि जदों भी तुसी किंग नूं मिलना है तो सब तो पहला उन्होंने सिजदा करना है, उस तो बाद उहदे पैरां नूं चुमना है, यानी कि पैबोस करना है। तो उस तो बाद तुसी वो किंग नूं मतलब उहदे नाल गलबात कर सकते हो, उन्होंने मिल सकते हो। ठीक है जी, तो ये क्यों होया सी? क्योंकि जिहड़ी अपनी सब तो पहली डायनेस्टी सी जिहदा नाम सीगा स्लेव डायनेस्टी। ठीक है जी, तो स्लेव डायनेस्टी बारे जो आप पढ़ते हैं तो स्लेव डायनेस्टी का फाउंडर कौन सी? कुतुबुद्दीन ऐबक। ठीक है जी, तो यदा जो लास्ट किंग सीगा बलबन, तो इन्हें बलबन ने इंट्रोड्यूस किया सी, ये याद रखना बहुत इंपॉर्टेंट है। बलबन तो बाद भी आए सी, मतलब कैकोबाद ते कैमुरश 2 किंग होर आए सी, बट वो वीक सीगे। तो बलबन मतलब लास्ट एक स्ट्रोंग किंग सीगा स्लेव डायनेस्टी का। तो इन्हें यह क्यों चलाया? क्योंकि जदों तक ये राजा बनया तो उस टाइम पर जी परजा सी, परजा दे विच राजे का खौफ है जोड़ा वो खत्म हो गया सी। तो ये बंदे ने परजियन कल्चर लॉन्च करता सी। ठीक है जी, ये तुसीं याद रखना, ये भी पूछा जाता है क्वेश्चन कि परजियन कल्चर पहली बार किने लॉन्च किया सी? तो बलबन ने लॉन्च किया सी। ठीक है जी, तो इन्हें मतलब एक क्वेश्चन होर आउंदा बलबन तो, ब्लड एंड आयरन। ठीक है जी, तो ब्लड एंड आयरन की जी नीति अपनाई सी, वो भी मतलब अपनाई सी अपने बलबन। ठीक है जी, ये तुसीं याद रखना, तो बहुत इंपॉर्टेंट है। तो सिजदा ते पैबोस स्टार्ट किया सी बलबन ने, बहुत इंपॉर्टेंट है। ठीक है जी, तो अलाउद्दीन खिलजी आप अगे पढ़ांगे, बाबर बारे आप पढ़ आए हैं, रज़िया सुल्तान बारे भी आप अगे पढ़ांगे। ठीक है जी, तो बहुत इंपॉर्टेंट है। तो इसका आंसर नंबर 1 आऊगा बलबन। अगला अपना जो क्वेश्चन है, कुबा एंड कुला इज़ रिलेटेड टू हूँ। तो कुबा ते कुला सब तो पहला तुहानूं इहदा मीनिंग पता होना चाहिए। कुबा का मतलब होंदा कैप। ठीक है जी, जिहड़ी कैप वैसटर्न कैप होंदी है। ठीक है जी, कुला होंदा ब्लेजर। ठीक है जी, तो कुबा ते कुला इहदे बारे तुहानूं पूछा जा सकता है, बहुत इंपॉर्टेंट है। ठीक है जी, ये मतलब किसने लॉन्च किए सी? लॉन्च भी आप कह सकते हैं, अपनाए किसने सी, ऑप्ट किने कीते सी? तो इसका आंसर आऊगा रज़िया सुल्तान। ठीक है जी, क्योंकि रज़िया सुल्तान कौन सी है? ये इल्तुतमिश की बेटी सी, इल्तुतमिश की बेटी सी। ठीक है जी, इल्तुतमिश ने एक चालीसा बनाया सी, मैं तुहानूं प्रीवियस क्वेश्चन के दस के आया। तो इल्तुतमिश ने चालीसा जो चालीसा इल्तुतमिश ने बनाया सी, वो रज़िया सुल्तान के बिल्कुल विरुद्ध सी, क्योंकि लेडीज़ का उस टाइम पर सुल्तान बन जाना मतलब एक बहुत हैरानी वाली गल सी। तो वो सारे रज़िया सुल्तान नूं मतलब सुल्तान नहीं कह सकते सी। ठीक है जी, उन्होंने मन में ये सी कि एक लेडी साडे ते राज कदे भी नहीं कर सकती। तो रज़िया सुल्तान ने खिज के ये चीज़ की सी, मतलब रज़िया सुल्तान उस टाइम पर जो औरतों नूं बुरखा आप कहने कि जोड़ा आप परजियन कल्चर है वो औरतों नूं बुरका पहनाया जाता है। तो रज़िया सुल्तान ने ये चीज़ दी बंदिशां नूं तोड़ के कहा सी कि मैं कुबा ते कुला नूं अपनाऊँ, कि मैं एक तो मेरे सिर ते कैप होनी है तो एक मेरे ब्लेजर पाया होना है। ठीक है जी, तो ये सुल्तान का मतलब एक मैं प्रॉपर सुल्तान अखवाउणा है। तो रज़िया सुल्तान ने यह लॉन्च किया सी। ठीक है जी, तो ये तुसीं याद रखना। तो इल्तुतमिश बारे आप पढ़ आए हैं। ठीक है जी, आराम शाह मतलब एक वीक रूलर सीगा स्लेव डायनेस्टी का। ठीक है जी, तो इसका आंसर आऊगा आंसर नंबर 1 रज़िया सुल्तान। अगला अपना जो क्वेश्चन है, विच रूलर इज़ नॉन एज वाइजेस्ट फूल। पढ़िया लिखिया मूर्ख, मतलब ये क्वेश्चन बहुत बार पूछा जाता है कि इन्हों के किहड़ा रूलर सी जिन्होंने वाइजेस्ट फूल के नाम नाल भी जाना जाता है। ठीक है जी, तो यदा जो आंसर आऊगा आंसर नंबर 2 आऊगा मुहम्मद बिन तुगलक। ठीक है जी, तो ये तुगलक डायनेस्टी का बादशाह सी। एक तुसीं ये याद रखना कि जी तुगलक डायनेस्टी है इन्हें सब तो वध टाइम राज किया है। तो जे तुहानूं ये पूछणगे कि सब तो घट टाइम किहड़ी डायनेस्टी ने राज किया है, तो वो किया खिलजी ने। तो खिलजी वंश सब तो छोटा वंश सी। ठीक है जी, तो तुगलक सब तो वड्डा वंश सी। ये तुसीं याद रखना, बहुत इंपॉर्टेंट है। तो यदा आऊगा मुहम्मद बिन तुगलक, क्योंकि इन्हें कई बेवकूफियाँ की सी। एक तो इन्हें टोकन करंसी लॉन्च की सी, जी कि इहदी बिल्कुल फेल हो गई सी। मतलब यदा विजन तो बहुत वधिया हुंदा सी, बहुत मतलब सियाणप दे नाल काम करता सी, बट वो फेल हो जाता सी, अगे इहनूं चलाउणा नहीं आउंदा सी। तो टोकन करंसी इहदी फेल हो गई सी। सब तो वड्डी मूर्खता इहने कीती सी, दिल्ली तो देवगिरी इहने अपनी जिहड़ी कैपीटल है वो शिफ्ट की सी। दिल्ली तो मतलब पहले दी सारिਆਂ ਦੀ कैपीटल ही दिल्ली हुंदी सी, तो इन्हें अपनी बना ली सी देवगिरी। देवगिरी या दौलताबाद भी तुहानूं आ जाता है। तो ये सब तो वड्डी इहदी मूर्खता सी।
ਤਾਂ ਕਈ ਜਿਹੜੀਆਂ ਨੇ ਮੂਰਖਤਾਈਆਂ ਕੀਤੀਆਂ ਜਿਹਦੇ ਕਰਕੇ ਇਹਨੂੰ ਵਾਈਜ਼ੈਸਟ ਫੂਲ ਦੇ ਨਾਮ ਨਾਲ ਜਾਣਿਆ ਜਾਂਦਾ। ਤਾਂ ਮੁਹੰਮਦ ਬਿਨ ਤੁਗਲਕ ਇਹਦਾ ਆਨਸਰ ਆਊਗਾ, ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਇਸ ਤੋਂ ਬਾਅਦ ਜਿਹੜੇ ਦੋ ਆਪਸ਼ਨ ਨੇ, ਜਿਵੇਂ ਗਿਆਸੁਦੀਨ ਤੁਗਲਕ ਹੈ, ਇਹ ਕੌਣ ਹੈ? ਇਹ ਫਾਊਂਡਰ ਹੈ ਤੁਗਲਕ ਡਾਇਨੈਸਟੀ ਦਾ। ਅਤੇ ਜਲਾਲੂਦੀਨ ਫਿਰੋਜ਼ ਖਿਲਜੀ ਕੌਣ ਹੈ? ਇਹ ਖਿਲਜੀ ਡਾਇਨੈਸਟੀ ਦਾ ਫਾਊਂਡਰ ਹੈ। ਤਾਂ ਇਹ ਵੀ ਤੁਸੀਂ ਦੋਨੋਂ ਯਾਦ ਰੱਖਣੇ ਆ, ਬਹੁਤ ਇੰਪੋਰਟੈਂਟ ਹੈ, ਪੁੱਛੇ ਜਾਂਦੇ ਆ। ਠੀਕ ਹੈ ਜੀ, ਤਾਂ ਇਲਤੁਤਮਿਸ਼ ਬਾਰੇ ਆਪਾਂ ਪੜ੍ਹ ਆਏ ਹਾਂ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 2। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਪਾਰਲੀਮੈਂਟ ਇਜ਼ ਮੇਡ ਅਪ ਵਿਦ। ਪਾਰਲੀਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇਹ ਪਾਰਲੀਮੈਂਟ ਹੈ, ਤਾਂ ਪਾਰਲੀਮੈਂਟ ਬਾਰੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪਾਰਲੀਮੈਂਟ ਕਿਹੜੇ ਸਦਨ ਦੇ ਨਾਲ ਬਣਦੀ ਹੈ। ਠੀਕ ਹੈ ਜੀ, ਤਾਂ ਕਈ ਸਟੂਡੈਂਟਸ ਨੂੰ ਇਹਦੇ ਬਾਰੇ ਨਹੀਂ ਪਤਾ ਹੁੰਦਾ, ਜਿਨ੍ਹਾਂ ਨੇ ਜਿਹੜੇ ਹਜੇ ਫਰੈਸ਼ ਨੇ। ਠੀਕ ਹੈ ਜੀ, ਜਿਨ੍ਹਾਂ ਨੇ ਤਾਂ ਪੋਲਿਟੀ ਮਤਲਬ ਬਿਲਕੁਲ ਪੜ੍ਹੀ ਹੋਈ ਹੈ ਉਹਨਾਂ ਨੂੰ ਤਾਂ ਇਹਦੇ ਬਾਰੇ ਪਤਾ ਹੁੰਦਾ, ਬਟ ਜਿਹੜੇ ਨਿਊ ਸਟੂਡੈਂਟ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ। ਠੀਕ ਹੈ ਜੀ, ਤਾਂ ਪਾਰਲੀਮੈਂਟ ਜਿਹੜੀ ਆਪਣੀ ਬਣਦੀ ਆ ਉਹ ਕਿਹੜੀਆਂ ਚੀਜ਼ਾਂ ਨੂੰ ਮਿਲ ਕੇ ਬਣਦੀ ਹੈ? ਤਾਂ ਲੋਕ ਸਭਾ ਐਂਡ ਰਾਜ ਸਭਾ, ਲੋਕ ਸਭਾ ਰਾਜ ਸਭਾ ਪ੍ਰੈਜ਼ੀਡੈਂਟ, ਲੋਕ ਸਭਾ ਰਾਜ ਸਭਾ ਵਿਧਾਨ ਸਭਾ, ਪ੍ਰੈਜ਼ੀਡੈਂਟ ਐਂਡ ਪ੍ਰਾਈਮ ਮਿਨਿਸਟਰ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਨਸਰ ਆਉਣਾ, ਆਨਸਰ ਨੰਬਰ 2 ਆਉਣਾ। ਠੀਕ ਹੈ ਜੀ, ਤਾਂ ਆਨਸਰ ਨੰਬਰ 2 ਜਿਹੜੀ ਆਪਣੀ ਪਾਰਲੀਮੈਂਟ ਬਣਦੀ ਹੈ, ਇਹਦੇ ਵਿੱਚ ਆਪਣੀ ਇੱਕ ਲੋਕ ਸਭਾ ਹੁੰਦੀ ਹੈ, ਇੱਕ ਰਾਜ ਸਭਾ ਹੁੰਦੀ ਹੈ, ਅਤੇ ਇੱਕ ਆਪਣਾ ਪ੍ਰੈਜ਼ੀਡੈਂਟ ਹੁੰਦਾ। ਠੀਕ ਹੈ ਜੀ, ਕੋਈ ਵੀ ਬਿੱਲ ਹੈ ਜਿਹੜਾ ਜਦੋਂ ਉਹ ਕਾਨੂੰਨ ਬਣਦਾ ਉਹ ਕਿਵੇਂ ਬਣਦਾ? ਸਭ ਤੋਂ ਪਹਿਲਾਂ ਬਿੱਲ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਪਾਸ ਹੁੰਦਾ। ਇਹ ਦੋਨੋਂ ਸਦਨਾਂ ਦੇ ਵਿੱਚੋਂ ਪਾਸ ਹੋ ਕੇ ਬਿੱਲ ਹੈ ਜਿਹੜਾ ਉਹ ਪ੍ਰੈਜ਼ੀਡੈਂਟ ਦੇ ਕੋਲ ਜਾਂਦਾ ਸਾਈਨ ਹੋਣ ਦੇ ਲਈ। ਜਦੋਂ ਪ੍ਰੈਜ਼ੀਡੈਂਟ 'ਤੇ ਸਾਈਨ ਕਰ ਦਿੰਦਾ ਤਾਂ ਇਹ ਬਿੱਲ ਜਿਹੜਾ ਉਹ ਕਾਨੂੰਨ ਬਣ ਜਾਂਦਾ। ਠੀਕ ਹੈ ਜੀ, ਤਾਂ ਇਹ ਪਾਰਲੀਮੈਂਟ ਹੈ ਆਪਣੀ ਸਾਰੀ, ਇਹ ਤੁਸੀਂ ਯਾਦ ਰੱਖਣਾ। ਅਤੇ ਇੱਕ ਇਹਨਾਂ ਦੇ ਤੁਸੀਂ ਆਰਟੀਕਲ ਜ਼ਰੂਰ ਯਾਦ ਰੱਖਣੇ ਆ। ਪਾਰਲੀਮੈਂਟ ਦਾ ਜਿਹੜਾ ਆਰਟੀਕਲ ਹੈ ਉਹ ਹੈਗਾ 79। ਠੀਕ ਹੈ ਜੀ, ਲੋਕ ਸਭਾ ਦਾ ਜਿਹੜਾ ਆਰਟੀਕਲ ਹੈ ਉਹ ਹੈਗਾ 81, ਰਾਜ ਸਭਾ ਦਾ ਆਰਟੀਕਲ ਹੈ 80। ਠੀਕ ਹੈ ਜੀ, ਅਤੇ ਪ੍ਰੈਜ਼ੀਡੈਂਟ ਦਾ ਜਿਹੜਾ ਆਰਟੀਕਲ ਹੈ ਉਹ ਹੈ 52। ਇਹ ਬਹੁਤ ਇੰਪੋਰਟੈਂਟ ਨੇ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣੇ ਆ, ਇਹ ਵੀ ਤੁਹਾਨੂੰ ਪੁੱਛੇ ਜਾਂਦੇ ਨੇ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 2। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗਲੋਬਲ ਨਿਊਟ੍ਰੀਸ਼ਨ ਰਿਪੋਰਟ ਇਜ਼ ਪਬਲਿਸ਼ਡ ਬਾਏ। ਤਾਂ ਇਹ ਬਹੁਤ ਪੁੱਛਿਆ ਜਾਂਦਾ ਹੈ, ਕਈ ਵਾਰ ਆਇਆ ਹੋਇਆ ਇਹ ਕੁਐਸਚਨ। ਠੀਕ ਹੈ ਜੀ, ਆਪਣੇ ਸੈਸ਼ਨ ਦੇ ਵਿੱਚ ਤੁਹਾਨੂੰ ਇੱਕ ਵੀ ਕੁਐਸਚਨ ਫਾਲਤੂ ਨਹੀਂ ਮਿਲੂਗਾ। ਜਿੰਨੇ ਵੀ ਕੁਐਸਚਨ ਆਪਾਂ ਇਹਦੇ ਵਿੱਚ ਲੈ ਕੇ ਆਉਂਦੇ ਹਾਂ ਉਹ ਸਾਰੇ 6 ਤੋਂ 7 ਵਾਰ ਪੁੱਛੇ ਗਏ ਨੇ, ਮਤਲਬ ਹਰ ਇੱਕ ਪੇਪਰ ਦੇ ਵਿੱਚ ਉਹ ਪੁੱਛੇ ਜਾਂਦੇ ਨੇ। ਤਾਂ ਕਰਕੇ ਆਪਾਂ ਇਹ ਮਤਲਬ ਪੂਰਾ ਨਿਚੋੜ ਹੀ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਠੀਕ ਹੈ ਜੀ, ਤਾਂ ਗਲੋਬਲ ਨਿਊਟ੍ਰੀਸ਼ਨ ਜਿਹੜੀ ਰਿਪੋਰਟ ਹੈ ਇਹ ਕੀਤੀ ਜਾਂਦੀ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਤਾਂ IQ ਏਅਰ ਜਿਹੜਾ ਆਪਣਾ ਰਿਪੋਰਟ ਪਬਲਿਸ਼ ਕਰਦਾ ਉਹ ਕਰਦਾ ਆਪਣੀ ਏਅਰ ਕੁਆਲਿਟੀ ਦੀ, ਇਹ ਤੁਹਾਨੂੰ ਪੁੱਛਿਆ ਜਾ ਸਕਦਾ। ਠੀਕ ਹੈ ਜੀ, ਜਿਹੜੀ ਆਪਣੀ ਫਾਈਨੈਂਸ਼ੀਅਲ ਰਿਪੋਰਟ ਹੈ, ਠੀਕ ਹੈ ਜੀ, ਐਨੂਅਲ ਫਾਈਨੈਂਸ਼ੀਅਲ ਰਿਪੋਰਟ, ਉਹ ਆਪਣੇ ਮਿਨਿਸਟਰੀ ਆਫ ਫਾਈਨਾਂਸ ਦੇ ਦੁਆਰਾ ਪਬਲਿਸ਼ ਕੀਤੀ ਜਾਂਦੀ ਹੈ। ਤਾਂ ਇਹਦਾ ਜਿਹੜਾ ਆਨਸਰ ਆਉਣਾ ਇਹ ਆਉਣਾ ਆਨਸਰ ਨੰਬਰ 1 WHO। ਠੀਕ ਹੈ ਜੀ, ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਇਹਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਹੈ? ਆਪਣਾ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ WHO ਦੁਆਰਾ ਗਲੋਬਲ ਨਿਊਟ੍ਰੀਸ਼ਨ ਰਿਪੋਰਟ ਹੈ ਜਿਹੜੀ ਉਹ ਪਬਲਿਸ਼ ਕੀਤੀ ਜਾਂਦੀ ਹੈ। ਤਾਂ ਇਹਦਾ ਆਨਸਰ ਨੰਬਰ 1 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਚ ਕੰਟਰੀ ਇਜ਼ ਦ ਲਾਰਜੈਸਟ ਪ੍ਰੋਡਿਊਸਰ ਆਫ ਸਿਲਕ ਇਨ ਦਾ ਵਰਲਡ। ਠੀਕ ਹੈ ਜੀ, ਪੂਰੀ ਦੁਨੀਆ ਦੇ ਵਿੱਚ ਜਿਹੜਾ ਰੇਸ਼ਮ ਹੈ ਆਪਣਾ, ਠੀਕ ਹੈ ਜੀ, ਰੇਸ਼ਮ ਦਾ ਕੀੜਾ, ਮਤਲਬ ਆਪਾਂ ਇਹਦੇ ਬਾਰੇ ਵੀ ਪੜ੍ਹਦੇ ਹਾਂ ਸਿਲਕ ਵੌਰਮ ਬਾਰੇ। ਤਾਂ ਜਿਹੜਾ ਸਿਲਕ ਹੈ, ਰੇਸ਼ਮ ਹੈ, ਤਾਂ ਸਾਰੇ ਦੁਨੀਆ ਦੇ ਵਿੱਚੋਂ ਪਹਿਲੇ ਨੰਬਰ 'ਤੇ ਜਿਹੜਾ ਆਪਣਾ ਕੰਟਰੀ ਹੈ, ਸਭ ਤੋਂ ਵੱਡਾ ਪ੍ਰੋਡਿਊਸਰ ਕਿਹੜਾ? ਤਾਂ ਇਹ ਤੁਸੀਂ ਯਾਦ ਰੱਖਣਾ ਕਿ 90% ਜਿਹੜਾ ਹੈਗਾ ਉਹ ਚਾਈਨਾ ਹੀ ਹੈ। ਠੀਕ ਹੈ ਜੀ, ਹਰ ਇੱਕ ਚੀਜ਼ ਦੇ ਵਿੱਚ। ਤਾਂ ਇਹਦਾ ਚਾਈਨਾ ਆਨਸਰ ਆਊਗਾ, ਆਨਸਰ ਨੰਬਰ 2। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾ ਸਕਦਾ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਵੇਅਰ ਇਜ਼ ਦਾ ਹੈੱਡਕੁਆਟਰ ਆਫ UNICEF, ਯੂਨਾਈਟਿਡ ਨੇਸ਼ਨ ਚਿਲਡਰਨਜ਼ ਫੰਡ। ਤਾਂ ਇਹਦਾ ਤੁਸੀਂ ਫੁੱਲ ਫਾਰਮ ਵੀ ਇਹਦੀ ਯਾਦ ਰੱਖਣੀ ਹੈ, UNICEF ਦੀ, ਯੂਨਾਈਟਿਡ ਨੇਸ਼ਨ ਚਿਲਡਰਨਜ਼ ਫੰਡ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ ਅਤੇ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ ਇਹ। ਤਾਂ ਇਹਦਾ ਜਿਹੜਾ ਹੈੱਡਕੁਆਟਰ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਜਨੇਵਾ ਆਪਾਂ ਪੜ੍ਹ ਕੇ ਆਏ ਹਾਂ, ਜਨੇਵਾ ਕਿਹਦਾ ਹੈੱਡਕੁਆਟਰ ਹੈ? WHO ਦਾ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਇਹਦਾ ਜਿਹੜਾ ਆਨਸਰ ਆਊ ਉਹ ਆਊਗਾ ਆਨਸਰ ਨੰਬਰ 1 ਨਿਊਯਾਰਕ। ਨਿਊਯਾਰਕ ਕਿੱਥੇ? ਆਪਣਾ USA ਦੇ ਵਿੱਚ। ਠੀਕ ਹੈ ਜੀ, ਤਾਂ USA ਦੇ ਵਿੱਚ ਇਹਦਾ ਹੈੱਡਕੁਆਟਰ ਹੈ ਨਿਊਯਾਰਕ ਦੇ ਵਿੱਚ, ਇਹ ਯਾਦ ਰੱਖਣਾ UNICEF ਦਾ। ਠੀਕ ਹੈ ਜੀ, ਤਾਂ ਆਨਸਰ ਨੰਬਰ 1 ਇਹਦਾ ਆਨਸਰ ਆਊਗਾ USA, ਨਿਊਯਾਰਕ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਹੂ ਇਜ਼ ਦਾ ਫਾਦਰ ਆਫ ਗ੍ਰੀਨ ਰੈਵੋਲਿਊਸ਼ਨ ਇਨ ਦਾ ਵਰਲਡ। ਠੀਕ ਹੈ ਜੀ, 2 ਟਾਈਪ ਨਾਲ ਇਹ ਕੁਐਸਚਨ ਤੁਹਾਨੂੰ ਪੁੱਛਿਆ ਜਾਂਦਾ ਹੁੰਦਾ। ਸਭ ਤੋਂ ਪਹਿਲਾ ਜਿਹੜਾ ਆਪਸ਼ਨ ਹੈ ਉਹ ਹੈ ਨਾਰਮਨ ਬੋਰਲਗ, ਦੂਸਰਾ ਹੈਗਾ ਡਾਕਟਰ MS ਸਵਾਮੀਨਾਥਨ, ਤੀਸਰਾ ਹੈਗਾ ਈਸ਼ਵਰ ਚੰਦਰ ਨੰਦਾ, ਅਤੇ 4th ਹੈ ਆਪਣਾ ਚਾਰਲਸ
ਜਿਹੜਾ ਈਸ਼ਵਰ ਚੰਦਰ ਨੰਦਾ, ਇਹ ਤਾਂ ਆਪਾਂ ਪੰਜਾਬੀ ਡਰਾਮਾ ਦੇ ਵਿੱਚ ਪੜ੍ਹਦੇ ਹਾਂ ਕਿ ਫਾਦਰ ਆਫ ਪੰਜਾਬੀ ਡਰਾਮਾ, ਠੀਕ ਹੈ ਜਿਹਨੇ ਈਸ਼ਵਰ ਚੰਦਰ ਨੰਦਾ ਨੂੰ, ਤੇ ਫਾਦਰ ਆਫ ਕੰਪਿਊਟਰ ਚਾਰਲਸ ਬੈਬੇਜ, ਇਹ ਤਾਂ ਮਤਲਬ ਸਿੰਪਲ ਤੁਹਾਨੂੰ ਪਤਾ ਚੱਲ ਜੂਗਾ। ਤਾਂ ਇਹ ਦੋਨੋਂ ਆਪਸ਼ਨ ਤਾਂ ਕੱਟ ਹੋ ਗਏ, ਠੀਕ ਹੈ ਜੀ। ਤਾਂ ਇਹਨਾਂ ਦੋਨਾਂ ਦੇ ਵਿੱਚੋਂ ਆਪਾਂ ਸਿਲੈਕਟ ਕਰਨਾ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 1 ਆਊਗਾ, ਨਾਰਮਨ ਬੋਰਲੌਗ, ਠੀਕ ਹੈ ਜੀ। ਤਾਂ ਇਹ ਵਰਲਡ ਦੇ ਪੱਧਰ 'ਤੇ ਪੁੱਛਿਆ ਗਿਆ ਆਪਾਂ ਨੂੰ, ਵਿਸ਼ਵ ਦੇ ਤੌਰ 'ਤੇ, ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਆਪਾਂ ਮਤਲਬ ਜਿਹੜੇ ਬੰਦੇ ਨੇ ਗ੍ਰੀਨ ਰੈਵੋਲੂਸ਼ਨ, ਜਿਹੜੀ ਹਰੀ ਕ੍ਰਾਂਤੀ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਉਹ ਨਾਰਮਨ ਬੋਰਲੌਗ ਨੇ ਇਹਦੀ ਗੱਲ ਕੀਤੀ ਸੀ। ਅਤੇ ਜੇ ਤੁਹਾਨੂੰ ਇੰਡੀਆ ਲੈਵਲ 'ਤੇ ਪੁੱਛਿਆ ਜਾਊ ਤਾਂ ਇੰਡੀਆ ਆ ਜੇ ਇੱਥੇ ਵਰਡ ਇੰਡੀਆ ਹੋਵੇ, ਠੀਕ ਹੈ ਜੀ, ਤਾਂ ਇੱਥੇ ਜਿਹੜਾ ਉਹ ਆਨਸਰ ਹੈ ਉਹ ਚੇਂਜ ਹੋ ਜੂਗਾ, ਠੀਕ ਹੈ ਜੀ। ਤਾਂ ਇੰਡੀਆ ਦੇ ਵਿੱਚ ਜਿਹੜਾ ਗ੍ਰੀਨ ਰੈਵੋਲੂਸ਼ਨ ਲੈ ਕੇ ਆਇਆ, ਉਹ ਲੈ ਕੇ ਆਇਆ ਡਾਕਟਰ MS ਸਵਾਮੀਨਾਥਨ, ਠੀਕ ਹੈ ਜੀ। ਤਾਂ ਇਹ ਆਨਸਰ ਨੰਬਰ 2 ਆ ਜੂਗਾ। ਬਟ ਹੁਣ ਆਪਾਂ ਨੂੰ ਵਰਡ ਦੇ ਤੌਰ 'ਤੇ ਪੁੱਛਿਆ ਗਿਆ, ਤਾਂ ਇਹ ਆਊਗਾ ਨਾਰਮਨ ਬੋਰਲੌਗ। ਤਾਂ ਬਹੁਤ ਇੰਪੋਰਟੈਂਟ ਹੈ, ਆਨਸਰ ਨੰਬਰ 1। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਵਿਚ UT ਹੈਜ਼ ਹਾਈਐਸਟ ਪਾਪੂਲੇਸ਼ਨ, ਠੀਕ ਹੈ ਜੀ। ਤਾਂ ਕਿਹੜੀ ਯੂਨੀਅਨ ਟੈਰੀਟਰੀ ਹੈ ਜਿਹਦੀ ਪਾਪੂਲੇਸ਼ਨ ਸਭ ਤੋਂ ਜ਼ਿਆਦਾ ਹੈ, ਠੀਕ ਹੈ ਜੀ। ਵਿਚ UT ਹੈਜ਼ ਹਾਈਐਸਟ ਪਾਪੂਲੇਸ਼ਨ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਚੰਡੀਗੜ੍ਹ, ਦਿੱਲੀ, ਅੰਡੇਮਾਨ ਨਿਕੋਬਾਰ, ਦਮਨ ਐਂਡ ਦੀਵ, ਠੀਕ ਹੈ ਜੀ। ਤਾਂ ਇਹ ਸਾਰੀਆਂ ਆਪਣੇ UTs ਨੇ। ਤਾਂ ਇਹਦਾ ਜਿਹੜਾ ਆਨਸਰ ਆਉਣਾ, ਆਨਸਰ ਨੰਬਰ 2 ਆਊਗਾ, ਦਿੱਲੀ ਦੇ ਵਿੱਚ, ਠੀਕ ਹੈ ਜੀ। ਤਾਂ ਦਿੱਲੀ ਦੇ ਵਿੱਚ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ, ਠੀਕ ਹੈ ਜੀ। ਤਾਂ ਜੇ ਤੁਹਾਨੂੰ ਲੀਸਟ ਪੁੱਛਿਆ ਜਾਊ, ਘੱਟ, ਤਾਂ ਉਹ ਆਊ ਆਪਣਾ ਅੰਡੇਮਾਨ ਨਿਕੋਬਾਰ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤਾਂ ਆਨਸਰ ਨੰਬਰ 2 ਆਊਗਾ ਇਹਦਾ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਵਿਚ ਸਟੇਟ ਹੈਜ਼ ਦਾ ਹਾਈਐਸਟ ਪਾਪੂਲੇਸ਼ਨ ਡੈਂਸਿਟੀ, ਠੀਕ ਹੈ ਜੀ। ਡੈਂਸਿਟੀ ਹੁੰਦਾ ਹੈਗਾ ਘਣਤਾ, ਠੀਕ ਹੈ ਜੀ। ਘਣਤਾ ਦਾ ਕੀ ਮਤਲਬ ਹੁੰਦਾ ਹੈ ਕਿ ਏਰੀਆ ਮਤਲਬ ਥੋੜ੍ਹਾ ਹੈ ਅਤੇ ਲੋਕ ਬਹੁਤ ਜ਼ਿਆਦਾ ਲੋਕ ਜਿੱਥੇ ਰਹਿ ਰਹੇ ਨੇ, ਠੀਕ ਹੈ ਜੀ, ਤਾਂ ਉਹਨੂੰ ਕਹਿੰਦੇ ਨੇ ਪਾਪੂਲੇਸ਼ਨ ਡੈਂਸਿਟੀ, ਠੀਕ ਹੈ ਜੀ। ਤਾਂ ਮਤਲਬ ਏਰੀਆ ਥੋੜ੍ਹਾ ਅਤੇ ਲੋਕ ਬਹੁਤ ਜ਼ਿਆਦਾ ਰਹਿ ਰਹੇ ਨੇ, ਤਾਂ ਹਾਈਐਸਟ। ਜੇ ਤੁਹਾਨੂੰ ਲੋਐਸਟ ਡੈਂਸਿਟੀ ਕਿਹਾ ਜਾਊਗਾ ਤਾਂ ਏਰੀਆ ਜ਼ਿਆਦਾ ਹੋਊ ਅਤੇ ਲੋਕ ਘੱਟ ਰਹਿ ਰਹੇ ਹੋਣਗੇ, ਠੀਕ ਹੈ ਜੀ। ਤਾਂ ਇੱਥੇ ਆਪਾਂ ਨੂੰ ਹਾਈਐਸਟ ਪਾਪੂਲੇਸ਼ਨ ਡੈਂਸਿਟੀ ਪੁੱਛਿਆ ਗਿਆ, ਤਾਂ ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਜੇ ਤੁਹਾਨੂੰ ਪੁੱਛਿਆ ਜਾਊ ਹਾਈਐਸਟ ਪਾਪੂਲੇਸ਼ਨ, ਓਨਲੀ ਪਾਪੂਲੇਸ਼ਨ, ਤਾਂ ਉਹਦਾ ਆਨਸਰ ਆਊਗਾ UP, ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ। ਬਟ ਇੱਥੇ ਆਪਾਂ ਨੂੰ ਕੀ ਪੁੱਛਿਆ ਗਿਆ, ਡੈਂਸਿਟੀ, ਤਾਂ ਇਹਦਾ ਆਨਸਰ ਆਊਗਾ ਬਿਹਾਰ, ਠੀਕ ਹੈ ਜੀ। ਆਨਸਰ ਨੰਬਰ 2 ਆਊਗਾ। ਇਹ ਕੁਐਸਚਨ ਤੁਸੀਂ ਪੂਰੇ ਧਿਆਨ ਨਾਲ ਪੜ੍ਹਨਾ ਕਿ ਆਪਾਂ ਨੂੰ ਪੁੱਛਿਆ ਕੀ ਗਿਆ, ਠੀਕ ਹੈ ਜੀ। ਇੱਥੇ ਆਪਾਂ ਮਾਰ ਖਾ ਜਾਂਦੇ ਹਾਂ। ਤਾਂ ਆਨਸਰ ਨੰਬਰ 2 ਆਊਗਾ ਇਹਦਾ, ਡੈਂਸਿਟੀ। ਜੇ ਤੁਹਾਨੂੰ ਘਣਤਾ ਪੁੱਛਿਆ ਜਾਊ ਤਾਂ ਬਿਹਾਰ ਹੈ, ਏਰੀਆ ਘੱਟ ਹੈ ਅਤੇ ਲੋਕ ਬਹੁਤ ਜ਼ਿਆਦਾ ਰਹਿ ਰਹੇ ਨੇ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ ਇਹਦਾ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਹੂ ਮੇਕ ਦਾ ਡਰਾਫਟ ਆਫ ਦਾ ਕੌਨਸਟੀਟਿਊਸ਼ਨ। ਤਾਂ ਇਹ ਵੈਸੇ ਤਾਂ ਇਹ ਸਿੰਪਲ ਕੁਐਸਚਨ ਹੈ, ਜਿਹਨੇ ਕੌਨਸਟੀਟਿਊਸ਼ਨ ਬਾਰੇ ਪੜ੍ਹਿਆ, ਠੀਕ ਹੈ ਜੀ। ਤਾਂ ਡਰਾਫਟ ਮਤਲਬ ਜਿਹੜਾ ਆਪਣੇ ਸੰਵਿਧਾਨ ਦਾ ਤਿਆਰ ਕੀਤਾ ਸੀ, ਉਹ ਕਿਹਨਾਂ ਨੇ ਕੀਤਾ ਸੀ? ਤਾਂ ਇੱਕ ਕਮੇਟੀ ਸੀਗੀ, ਡਰਾਫਟਿੰਗ ਕਮੇਟੀ, ਜਿਹਦੇ ਵਿੱਚ 7 ਮੈਂਬਰ ਸੀਗੇ, ਠੀਕ ਹੈ ਜੀ। ਤਾਂ ਜਿਹਦੇ ਹੈੱਡ ਸੀਗੇ ਕੌਣ? ਡਾਕਟਰ BR ਅੰਬੇਦਕਰ। ਤੇ ਇਹਦਾ ਆਨਸਰ ਵੀ ਕੀ ਆਉਣਾ? ਡਾਕਟਰ BR ਅੰਬੇਦਕਰ ਆਉਣਾ। ਤਾਂ ਬਹੁਤ ਇੰਪੋਰਟੈਂਟ ਹੈ। ਤਾਂ ਜਿਹੜਾ ਡਰਾਫਟ ਤਿਆਰ ਕੀਤਾ ਸੀ, ਸਭ ਤੋਂ ਵੱਡਾ ਕੰਮ ਕੀਤਾ ਸੀ। ਡਰਾਫਟ ਦਾ ਕੀ ਮਤਲਬ ਹੁੰਦਾ ਕਿ ਕੌਨਸਟੀਟਿਊਸ਼ਨ ਅਲੱਗ-ਅਲੱਗ ਬੰਦੇ ਜਿਹੜੇ ਬਣਾ ਰਹੇ ਨੇ, ਸਾਰਾ ਸੈੱਟ ਇਹਨਾਂ ਨੇ ਕਰਨਾ ਸੀ ਕੌਨਸਟੀਟਿਊਸ਼ਨ, ਠੀਕ ਹੈ ਜੀ। ਡਰਾਫਟਿੰਗ ਇਹਨਾਂ ਦੇ ਉੱਤੇ ਸੀ ਸਾਰੀ। ਤਾਂ ਡਾਕਟਰ BR ਅੰਬੇਦਕਰ, ਠੀਕ ਹੈ ਜੀ। ਤਾਂ ਆਨਸਰ ਨੰਬਰ 2, ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਹੂ ਵਾਜ਼ ਦ ਪ੍ਰੈਜ਼ੀਡੈਂਟ ਆਫ ਪੂਰਨ ਸਵਰਾਜ ਸੈਸ਼ਨ। ਤਾਂ ਇਹ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਇਹ ਕੁਐਸਚਨ ਆ ਸਕਦਾ। ਹੁਣ ਤੁਸੀਂ ਇਹ ਦੇਖੋ ਕਿ ਕੁਐਸਚਨ ਸੈੱਟ ਕਿਵੇਂ ਕੀਤਾ ਗਿਆ ਕਿ ਪੂਰਨ ਸਵਰਾਜ ਜਿਹੜਾ ਸੈਸ਼ਨ ਹੋਇਆ ਸੀ, ਉਹਦਾ ਪ੍ਰੈਜ਼ੀਡੈਂਟ ਕੌਣ ਸੀ, ਠੀਕ ਹੈ ਜੀ। ਪਹਿਲੀ ਗੱਲ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੂਰਨ ਸਵਰਾਜ ਸੈਸ਼ਨ ਕਦੋਂ ਹੋਇਆ? 1929 ਦੇ ਵਿੱਚ ਹੋਇਆ, ਠੀਕ ਹੈ ਜੀ। 1929 ਕਿੱਥੇ ਹੋਇਆ? ਲਾਹੌਰ ਦੇ ਵਿੱਚ। ਲਾਹੌਰ ਸੈਸ਼ਨ ਵੀ ਇਹਨੂੰ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤਾਂ ਇਹਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਹ ਕੌਣ ਸੀ? ਜਵਾਹਰ ਲਾਲ ਨਹਿਰੂ। ਪੂਰਨ ਸਵਰਾਜ ਮਤਲਬ ਕੰਪਲੀਟ ਇੰਡੀਪੈਂਡੈਂਸ, ਕਿ ਸਾਨੂੰ ਪੂਰੀ ਆਜ਼ਾਦੀ ਚਾਹੀਦੀ ਹੈ। ਤਾਂ ਇਹ ਮਤਲਬ ਜਿਹੜਾ 1929 ਦੇ ਵਿੱਚ ਹੋਇਆ ਸੀ ਸੈਸ਼ਨ, ਜਵਾਹਰ ਲਾਲ ਨਹਿਰੂ ਇਹਦਾ ਪ੍ਰੈਜ਼ੀਡੈਂਟ ਸੀ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ। ਤਾਂ ਆਨਸਰ ਨੰਬਰ 1 ਆਊਗਾ ਇਹਦਾ, 1929 ਲਾਹੌਰ। ਇਹ ਵੀ ਯਾਦ ਰੱਖਣਾ ਨਾਲ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਹੂ ਵਾਜ਼ ਨਾਟ ਐਸੋਸੀਏਟਡ ਵਿਦ ਗਦਰ ਪਾਰਟੀ। ਤਾਂ ਗਦਰ ਪਾਰਟੀ ਤੁਹਾਨੂੰ ਪਤਾ ਹੈ ਕਿ ਕਦੋਂ ਬਣੀ ਸੀ? ਜਿਹੜੀ ਗਦਰ ਪਾਰਟੀ ਆਪਣੀ ਬਣੀ ਆ, ਉਹ ਬਣੀ ਹੈ 1913 ਦੇ ਵਿੱਚ। ਫਾਊਂਡਰ ਕੌਣ ਹੈ? ਅਤੇ ਲਾਲਾ ਹਰਦਿਆਲ, ਠੀਕ ਹੈ ਜੀ। ਲਾਲਾ ਹਰਦਿਆਲ। ਅਤੇ ਪ੍ਰੈਜ਼ੀਡੈਂਟ ਕੌਣ ਸੀ? ਬਾਬਾ ਸੋਹਣ ਸਿੰਘ ਭਾਕਣਾ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਲਾਲਾ ਹਰਦਿਆਲ ਇਹਦੇ ਫਾਊਂਡਰ ਸੀ। ਤਾਂ ਇਹ ਤੁਹਾਨੂੰ ਇਹ ਨਹੀਂ ਕਿ ਸਿੰਪਲ ਕੁਐਸਚਨ ਆਉਣਗੇ, ਮਤਲਬ ਸਿੰਪਲ ਆਪਸ਼ਨ ਆਉਣਗੇ, ਠੀਕ ਹੈ ਜੀ। ਆਪਸ਼ਨ ਤੁਹਾਨੂੰ ਕਿਹੋ ਜਿਹੇ ਵੀ ਪਾ ਸਕਦੇ ਨੇ, ਜਿਵੇਂ ਕਿ ਇਹ ਆਪਸ਼ਨ ਨੇ, ਇਹਨਾਂ ਦੇ ਵਿੱਚ ਤੁਸੀਂ ਬਿਲਕੁਲ ਕਨਫਿਊਜ਼ ਹੋ ਜਾਓਗੇ, ਕਿਉਂਕਿ ਤੁਸੀਂ ਜਿਹੜੇ ਮੇਨ ਬੰਦੇ ਹੁੰਦੇ ਨੇ ਪਾਰਟੀ ਦੇ, ਸਿਰਫ ਉਹਨਾਂ ਬਾਰੇ ਪੜ੍ਹਦੇ ਹੋ ਅਤੇ ਅੱਗੇ ਨਹੀਂ ਤੁਸੀਂ ਪੜ੍ਹਦੇ, ਠੀਕ ਹੈ ਜੀ। ਤਾਂ ਇਹਦੇ ਵਿੱਚ ਗੁਲਾਬ ਕੌਰ, ਵਿਸ਼ਨੂੰ ਗਣੇਸ਼ ਪਿੰਗਾਲੀ ਹੈ ਇਹ, ਠੀਕ ਹੈ ਜੀ। ਪਾਂਡੇ ਨਹੀਂ ਹੈਗਾ, ਪਿੰਗਾਲੀ। ਵਿਸ਼ਨੂੰ ਗਣੇਸ਼ ਪਿੰਗਾਲੀ, ਰਾਸ ਬਿਹਾਰੀ ਬੋਸ ਅਤੇ CR ਦਾਸ।
ਤਾਂ ਇਹਨਾਂ ਦੇ ਵਿੱਚ ਆਪਾਂ ਨੂੰ ਪਤਾ ਕਿ CR ਦਾਸ ਤਾਂ ਮਤਲਬ ਜਿਹੜੇ ਸਵਰਾਜ ਪਾਰਟੀ ਆਪਣੀ ਜਿਹੜੀ ਸਵਰਾਜ ਪਾਰਟੀ ਬਣਾਈ ਸੀ 1923 ਦੇ ਵਿੱਚ, ਉਹਨਾਂ ਦੇ ਨਾਲ ਰਿਲੇਟਡ ਨੇ CR ਦਾਸ ਅਤੇ ਮੋਤੀ ਲਾਲ ਨਹਿਰੂ। ਠੀਕ ਹੈ ਜੀ। ਤਾਂ ਬਟ ਜਿਹੜੇ ਇਹ ਤਿੰਨੋਂ ਬੰਦੇ ਨੇ, ਗੁਲਾਬ ਕੌਰ, ਵਿਸ਼ਨੂੰ ਗਣੇਸ਼ ਪਿੰਗਾਲੀ ਅਤੇ ਰਾਸ ਬਿਹਾਰੀ ਬੋਸ, ਇਹ ਤਿੰਨੋਂ ਗਦਰ ਪਾਰਟੀ ਦੇ ਨਾਲ ਰਿਲੇਟਡ ਨੇ। ਇਹ ਤੁਸੀਂ ਯਾਦ ਰੱਖਣਾ। ਅਤੇ ਬਾਕੀ ਮੈਂ ਤੁਹਾਨੂੰ ਨੀਚੇ ਇੱਕ ਸਲਾਈਡ ਹੈ, ਉਹਦੇ ਵਿੱਚ ਮੈਂ ਸਾਰੇ ਮੈਂਬਰ ਇਹਦੇ ਜਿਹੜੇ ਇਹਦੇ ਨਾਲ ਐਸੋਸੀਏਟਡ ਨੇ ਉਹ ਆਪਾਂ ਇਹਦੇ ਵਿੱਚ ਤੁਸੀਂ ਨੋਟ ਕਰ ਲਿਓ, ਬਹੁਤ ਇੰਪੋਰਟੈਂਟ ਨੇ। ਤਾਂ ਆਨਸਰ ਨੰਬਰ 4 ਆਊਗਾ। CR ਦਾਸ ਇਹਦੇ ਨਾਲ ਰਿਲੇਟਡ ਨਹੀਂ ਹੈਗੇ। ਤਾਂ ਇਹ ਮੈਂਬਰ ਨੇਗੇ ਗਦਰ ਪਾਰਟੀ ਦੇ, ਤੁਸੀਂ ਯਾਦ ਰੱਖਿਓ। ਮੈਂ ਤੁਹਾਨੂੰ ਦੱਸ ਵੀ ਦਿੰਦਾ ਕਿਹੜੇ ਕਿਹੜੇ ਨੇ। ਇਹਦੇ ਵਿੱਚ ਹੈ ਭਾਈ ਪਰਮਾਨੰਦ, ਠੀਕ ਹੈ ਜੀ, ਵਿਸ਼ਨੂੰ ਗਣੇਸ਼ ਪਿੰਗਾਲੀ, ਸੋਹਣ ਸਿੰਘ ਭਕਨਾ, ਭਗਵਾਨ ਸਿੰਘ ਗਿਆਨੀ, ਹਰਦਿਆਲ, ਲਾਲਾ ਹਰਦਿਆਲ, ਤਾਰਕਨਾਥ ਦਾਸ, ਭਗਤ ਸਿੰਘ ਥਿੰਦ, ਕਰਤਾਰ ਸਿੰਘ ਸਰਾਭਾ, ਅਬੁਲ ਹਾਫਿਜ਼ ਮੁਹੰਮਦ ਬਰਖਤੁੱਲਾ, ਕਈ ਵਾਰੀ ਬਰਖਤੁੱਲਾ ਵੀ ਆ ਜਾਂਦਾ ਓਨਲੀ ਆਪਸ਼ਨ ਦੇ ਵਿੱਚ, ਰਾਸ ਬਿਹਾਰੀ ਬੋਸ ਅਤੇ ਗੁਲਾਬ ਕੌਰ। ਤਾਂ ਇਹ ਸਾਰੇ ਮੈਂਬਰ ਨੇ, ਇੱਕ ਇੱਕ ਕਰਕੇ ਇਹਨਾਂ ਨੂੰ ਨੋਟ ਕਰ ਲਓ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਤੁਹਾਨੂੰ ਬਣਨਾ ਹੈ। ਠੀਕ ਹੈ ਜੀ। ਤਾਂ ਇਹ ਆਪਣਾ ਅੱਜ ਦਾ ਸੈਸ਼ਨ ਸੀ, ਇਹਨੂੰ ਤੁਸੀਂ ਜ਼ਰੂਰ ਨੋਟ ਕਰ ਲਿਓ। ਤਾਂ ਅੱਜ ਦਾ ਸੈਸ਼ਨ ਆਪਣਾ ਇੱਥੇ ਕੰਪਲੀਟ ਹੁੰਦਾ। ਠੀਕ ਹੈ ਜੀ। ਤਾਂ ਸਾਰੇ ਜਿੰਨੇ ਵੀ ਆਪਣੇ ਕੁਐਸਚਨ ਨੇ ਇਹਨਾਂ ਦੇ ਵਿੱਚੋਂ ਇੱਕ ਵੀ ਕੁਐਸਚਨ ਤੁਹਾਡਾ ਇਹ ਨਹੀਂ ਹੈਗਾ ਕਿ ਅਨਇੰਪੋਰਟੈਂਟ ਹੈ। ਇਹ ਕੁਐਸਚਨ ਘੱਟੋ ਘੱਟ 8 ਤੋਂ 10 ਵਾਰ ਤੁਹਾਡੇ ਪੇਪਰਾਂ ਦੇ ਵਿੱਚ ਪੁੱਛੇ ਗਏ ਨੇ। ਠੀਕ ਹੈ ਜੀ। ਅਤੇ ਅੱਗੇ ਵੀ ਤੁਹਾਨੂੰ ਇਹ ਪੁੱਛੇ ਜਾਣਗੇ। ਇਹਨੂੰ ਚੰਗੀ ਤਰ੍ਹਾਂ ਤੁਸੀਂ ਕਵਰ ਕਰ ਲੈਣਾ। ਕਲਾਸ ਨੂੰ 2-3 ਵਾਰ ਦੇਖ ਕੇ ਰਿਵਾਈਜ਼ ਕਰ ਲਿਓ ਅਤੇ ਨੋਟਸ ਆਪਣੇ ਖੁਦ ਬਣਾਓ। ਠੀਕ ਹੈ ਜੀ। ਤਾਂ ਆਪਣੇ ਅੱਗੇ ਵੀ ਆਪਣੇ ਜਿਹੜੇ ਸੈਸ਼ਨ ਹੈ ਉਹ ਬੈਕ ਟੂ ਬੈਕ ਆਉਂਦੇ ਰਹਿਣਗੇ। ਠੀਕ ਹੈ ਜੀ। ਜੇਕਰ ਤੁਹਾਨੂੰ ਵੀਡੀਓ ਚੰਗੇ ਲੱਗਦੇ ਉਹਨੂੰ ਲਾਈਕ ਕਰਦਿਆ ਕਰੋਗੇ, ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ। ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।